ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ ਜੀ, ਹੁਣ ਸ਼੍ਰੀ ਸੁਖਮਨੀ ਸਾਹਿਬ ਦੀ 10ਵੀਂ ਅਸ਼ਟਪਦੀ ਦੀ ਚੌਥੀ ਪੌੜੀ ਤੋਂ ਵਿਆਖਿਆ ਸਰਵਣ ਕਰੋ। ਆਓ ਮਹਾਰਾਜ ਕਿਰਪਾ ਕਰਦੇ ਹਨ। ਕਈ ਕੋਟ ਰਾਜਸ ਤਾਮਸ ਸਾਤਕ। ਹੁਣ ਇਹ ਜਿਹੜੀ ਅਸ਼ਟਪਦੀ ਹੈ, ਤੁਸੀਂ ਪਿਛਲੇ ਭਾਗ 'ਚ ਸਰਵਣ ਕੀਤਾ। ਇਹਦੇ ਵਿੱਚ ਮਹਾਰਾਜ ਨੇ ਦੱਸਿਆ ਵੀ ਪਰਮਾਤਮਾ ਨੇ ਅਨੇਕਾਂ ਭਾਂਤ ਦੀ ਸ੍ਰਿਸ਼ਟੀ ਬਣਾਈ ਹੈ ਤੇ ਅਨੇਕਾਂ ਵਿਧੀਆਂ ਦੇ ਨਾਲ ਪੈਦਾ ਕੀਤੀ। ਉਹ ਤੁਸੀਂ ਪਿਛਲੇ ਭਾਗ 'ਚ ਸਰਵਣ ਕਰ ਆਏ ਹੋ। ਇਹ ਉਸੇ ਲੜੀ ਨੂੰ ਮਹਾਰਾਜ ਜਾਰੀ ਕਰਦੇ ਹੋਏ ਬਚਨ ਕਰਦੇ ਹਨ। ਕਹਿੰਦੇ ਕਈ ਕੋਟ ਰਾਜਸ ਤਾਮਸ ਸਾਤਕ। ਹੁਣ ਮਹਾਰਾਜ ਕਹਿੰਦੇ ਕਈ ਕਰੋੜ ਐਸੇ ਹਨ ਜਿਹੜੇ ਰਾਜਸੀ ਨੇ, ਕਈ ਕਰੋੜ ਇਹੋ ਜਿਹੇ ਨੇ ਜਿਹੜੇ ਤਾਮਸੀ ਹਨ, ਕਈ ਕਰੋੜ ਐਸੇ ਆ ਜਿਹੜੇ ਸਾਤਕੀ ਹਨ। ਮਤਲਬ ਇਹ ਰਜੋ ਗੁਣ, ਤਮੋ ਗੁਣ, ਸਤੋ ਗੁਣ ਦੇ ਅਧੀਨ ਨੇ। ਇਹ ਵੀ ਮਾਇਆ ਦੀ ਤਿੰਨ ਗੁਣ ਨੇ, ਮਤਲਬ ਉਹ ਮਾਇਆ ਦੇ ਅਧੀਨ ਨੇ। ਫਿਰ ਰਾਜਸੀ ਕੌਣ ਹੁੰਦੇ ਐ, ਤਾਮਸੀ ਕੌਣ ਹੁੰਦੇ, ਸਾਤਕੀ ਕੌਣ ਹੁੰਦੇ? ਤਾਮਸੀ ਉਹ ਹੁੰਦੇ ਆ ਜਿਹੜੇ ਨਾ ਤਾਂ ਆਪਣੇ ਸਰੀਰ ਦੀ ਸੁੱਚ ਪਵਿੱਤਰਤਾ ਰੱਖਦੇ ਆ, ਉਹਨਾਂ ਦਾ ਖਾਣਾ ਵੀ ਐਸਾ ਹੁੰਦਾ, ਤੰਬਾਕੂ ਖਾਣਾ, ਮਾਸ ਮਿੱਟੀ ਖਾਣੀ, ਸ਼ਰਾਬਾਂ ਪੀਣੀਆਂ, ਤੇ ਫਿਰ ਹੋਰ ਸਰੀਰ ਨੂੰ ਇਸ਼ਨਾਨ ਵੀ ਨਾ ਕਰਨਾ, ਸਵੱਛ ਵਸਤਰ ਵੀ ਨਾ ਪਹਿਨਣੇ, ਇੱਦਾਂ ਹੀ ਮੈਲੇ ਕੁਚੈਲੇ ਜੇ ਬਣੇ ਰਹਿਣਾ। ਇਹ ਉਹਨਾਂ ਦੀ ਬਿਰਤੀ ਹੁੰਦੀ ਹੈ। ਤੇ ਫਿਰ ਰਾਜਸੀ ਹੁੰਦੇ, ਉਦਮੀ ਹੁੰਦੇ, ਮਾਇਆ ਵਾਸਤੇ ਉਦਮ ਕਰਦੇ ਆ, ਮਾਇਆਵੀ ਪਦਾਰਥਾਂ ਵਾਸਤੇ ਭੱਜੇ ਫਿਰਦੇ, ਉਹਨਾਂ ਨੂੰ ਰਾਜਸੀ ਕਹਿ ਦਿੰਦੇ। ਸਾਤਕੀ ਉਹ ਹੁੰਦੇ ਆ ਜਿਹੜੇ ਭਜਨ ਪਾਠ ਕਰਦੇ ਆ, ਪੂਜਾ ਆਦਿਕ ਕਰਦੇ ਆ, ਪਰ ਉਹਨਾਂ ਦੇ ਅੰਦਰ ਵੀ ਮਾਣ ਵਡਿਆਈ ਦੀ, ਰਿੱਧੀਆਂ ਸਿੱਧੀਆਂ ਦੀ, ਸ਼ਕਤੀਆਂ ਦੀ ਇੱਛਾ ਹੁੰਦੀ ਹੈ। ਇਸ ਕਰਕੇ ਉਹ ਵੀ ਮਾਇਆ ਦੇ ਅਧੀਨ ਹੀ ਆ ਜਾਂਦੇ ਹਨ। ਇਸ ਕਰਕੇ ਤਿਰਗੁਣੀ ਮਾਇਆ ਹੈ, ਤਿੰਨ ਗੁਣੀ ਰਜੋ ਗੁਣ, ਤਮੋ ਗੁਣ, ਸਤੋ ਗੁਣ। ਇਹ ਮਾਇਆ ਹੀ ਹੈ ਤੇ ਇਸ ਤਿਰਗੁਣੀ ਮਾਇਆ ਦੇ ਅਧੀਨ ਨੇ। ਮਹਾਰਾਜ ਕਹਿੰਦੇ ਕਈ ਕਰੋੜ ਇਹੋ ਜਿਹੇ ਜੀਵ ਪੈਦਾ ਕਰ ਦਿੱਤੇ। ਜਾਂ ਹਾਂ, ਤਿੰਨ ਪ੍ਰਕਾਰ ਦਾ ਤਪ ਹੁੰਦਾ, ਰਾਜਸੀ ਤਪ, ਤਾਮਸੀ ਤਪ ਤੇ ਸਾਤਕੀ ਤਪ। ਉਹਦੇ ਵਿੱਚ ਕੀ ਹੁੰਦਾ, ਜਿਹੜਾ ਤਾਮਸੀ ਤਪ ਹੁੰਦਾ ਹੈ, ਉਹ ਤਾਮਸੀ ਤਪ ਐਸਾ ਹੁੰਦਾ ਜਿਹੜਾ ਕਿਸੇ ਦਾ ਵਿਨਾਸ਼ ਕਰਨ ਵਾਸਤੇ ਕੀਤਾ ਜਾਂਦਾ। ਜਿਵੇਂ ਸਿਆਲਕੋਟ ਦੇ ਵਿੱਚ ਇੱਕ ਮਾਈ ਸੀ, ਉੱਥੇ ਇੱਕ ਹਮਜਾ ਗੌਂਸ ਨਾਮ ਦਾ ਪੀਰ ਰਹਿੰਦਾ ਸੀ। ਉਸ ਮਾਈ ਨੇ ਉਸ ਹਮਜਾ ਗੌਂਸ ਦੇ ਕੋਲ ਬੇਨਤੀ ਕੀਤੀ, ਕਹਿੰਦੀ ਮੇਰੇ ਘਰ ਦੇ ਵਿੱਚ ਔਲਾਦ ਨਹੀਂ ਹੈ, ਪੁੱਤਰ ਨਹੀਂ, ਮੈਨੂੰ ਪੁੱਤਰ ਦੀ ਦਾਤ ਦੇ ਦੇ। ਉਹਨੇ ਕਿਹਾ ਵੀ ਮਾਈ ਤੇਰੇ ਘਰ ਦੇ ਵਿੱਚ ਪੁੱਤਰ ਹੋਣਗੇ, ਪਰ ਉਹਨਾਂ ਵਿੱਚ ਇੱਕ ਪੁੱਤਰ ਤੂੰ ਮੈਨੂੰ ਦੇ ਦੀ। ਉਹਨੇ ਵਰ ਦਿੱਤਾ, ਉਹ ਚਲੀ ਗਈ। ਹੁਣ ਉਹਦੇ ਘਰ ਦੇ ਵਿੱਚ 4-5 ਪੁੱਤਰ ਪੈਦਾ ਹੋਏ। ਉਹਨੇ ਆ ਕੇ ਜਦੋਂ ਉਹਨੂੰ ਕਿਹਾ, ਕਹਿਣ ਲੱਗੀ ਜੀ ਬੜੀ ਕਿਰਪਾ ਹੋਈ, ਤੁਹਾਡੀ ਕਿਰਪਾ ਦੇ ਨਾਲ ਪੁੱਤਰ ਪੈਦਾ ਹੋ ਗਏ ਮੇਰੇ ਘਰ ਦੇ ਵਿੱਚ। ਉਹਨੇ ਕਿਹਾ ਵੀ ਮੈਨੂੰ ਇੱਕ ਪੁੱਤਰ ਦੇ ਦੇ, ਫਿਰ ਪਹਿਲਾ ਪੁੱਤਰ ਮੈਨੂੰ ਦੇ ਦੇ ਤੂੰ। ਉਹ ਜਦੋਂ ਉਹ ਕਿਹਾ ਨਾ ਮੈਨੂੰ ਦੇ ਦੇ, ਉਹ ਕਹਿੰਦੀ ਮੈਂ ਨਹੀਂ ਦੇਣਾ ਹੈਗਾ, ਮੈਂ ਦੇ ਨਹੀਂ ਸਕਦੀ ਹੈ। ਉਹਨੂੰ ਬੜਾ ਗੁੱਸਾ ਆਇਆ ਵੀ ਇਹ ਕਿੱਡੇ ਕਿਰਤ ਘਣ ਲੋਕ ਨੇ, ਵੀ ਇਹਨੇ ਮੈਨੂੰ ਪੁੱਤਰਾਂ ਦੀ ਦਾਤ ਦਿੱਤੀ ਪਰ ਇਹਨੇ ਆਪਣੇ ਬਚਨ ਤੋਂ ਮੁੱਕਰ ਗਈ ਹੈ, ਝੂਠ ਬੋਲਦੀ ਹੈ। ਉਹਨੇ ਫਿਰ ਕੀ ਕੀਤਾ, ਉਹਨੇ ਨਾ ਇੱਕ ਆਪਣੇ ਮੱਟ ਦੇ ਵਿੱਚ ਚਲੀਸਾ ਰੱਖਿਆ। ਉਸਨੇ 40 ਦਿਨ ਬੈਠ ਕੇ ਮੈਂ ਤਪ ਕਰਨਾ ਕਹਿੰਦਾ, ਤੇ ਮੈਂ 40 ਦਿਨ ਸੂਰਜ ਦਾ ਮੂੰਹ ਨਹੀਂ ਦੇਖਣਾ ਹੈਗਾ ਜਦੋਂ ਤੱਕ ਮੇਰਾ ਚਲੀਸਾ ਨਹੀਂ ਪੂਰਾ ਹੋ ਜਾਂਦਾ। ਤੇ ਉਹਨੇ ਜਦੋਂ ਇਹ ਤਪ ਕੀਤਾ, ਸਾਰਾ ਸ਼ਹਿਰ ਡਰ ਗਿਆ। ਫਿਰ ਉੱਥੇ ਗੁਰੂ ਨਾਨਕ ਸਾਹਿਬ ਪਹੁੰਚੇ ਸਿਆਲਕੋਟ ਦੇ ਵਿੱਚ, ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਵੀ ਇੱਥੇ ਹਮਜਾ ਗੌਂਸ ਪੀਰ ਹੈ। ਤੇ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨੇ ਸਾਰੇ ਸ਼ਹਿਰ ਨੂੰ ਨਾਸ ਕਰਨ ਵਾਸਤੇ ਇੱਕ ਚਲੀਸਾ ਰੱਖਿਆ ਹੋਇਆ। ਤੇ ਉਸ ਵਕਤ ਮਹਾਰਾਜ ਜਦੋਂ ਉੱਥੇ ਗਏ ਤੇ ਮਹਾਰਾਜ ਨੇ ਉੱਥੇ ਜਦੋਂ ਕੀਰਤਨ ਕੀਤਾ ਨਾ, ਆਵਾਜ਼ ਦਿੱਤੀ ਮਹਾਰਾਜ ਨੇ। ਆਵਾਜ਼ ਜਦੋਂ ਦਿੱਤੀ ਤੇ ਉਹਦੀ ਜਿਹੜਾ ਗੁੰਬਦ ਸੀ ਨਾ ਉਸ ਦਾ, ਤੇ ਉਸ ਗੁੰਬਦ ਦੇ ਵਿੱਚ ਐਸੀ ਤਰੇੜ ਆਈ ਨਾ, ਮਹਾਰਾਜ ਦੀ ਆਵਾਜ਼ ਨੂੰ ਸੁਣ ਕੇ ਐਸੀ ਆਵਾਜ਼ ਮਹਾਰਾਜ ਨੇ ਦਿੱਤੀ, ਐਸਾ ਕੀਰਤਨ ਕੀਤਾ ਸਤਿਗੁਰੂ ਜੀ ਨੇ, ਉਹਦੇ ਵਿੱਚ ਨਾ ਤੇੜ ਆ ਗਈ। ਜਦੋਂ ਤੇੜ ਆ ਗਈ ਨਾ, ਤੇ ਉਸ ਤੇੜ ਦੇ ਵਿੱਚ ਦੀ ਸੂਰਜ ਦੀਆਂ ਕਿਰਨਾਂ ਜਦੋਂ ਹਮਜਾ ਗੌਸ ਤੇ ਪਈਆਂ, ਉਹਨੇ ਦੇਖਿਆ ਵੀ ਇਹ ਕਿਹੜਾ ਬਲੀ ਪੁਰਸ਼ ਹੈ ਜਿਹਨੇ ਮੇਰਾ ਚਲੀਸਾ ਖੰਡਨ ਕਰ ਦਿੱਤਾ। ਤੇ ਉਸ ਵਕਤ ਨਾ ਜਦੋਂ ਇਹਨੇ ਬਾਹਰ ਨਿਕਲ ਕੇ ਦੇਖਿਆ ਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ। ਤੇ ਇਸ ਤਰੀਕੇ ਦੇ ਨਾਲ ਕਹਿਣ ਦਾ ਮਤਲਬ ਇਹ ਹੈ ਵੀ ਇਹ ਚਲੋ ਸਾਖੀ ਅੱਗੇ ਲੰਬੀ ਹੈ,
ਆਪਾਂ ਸਾਖੀ ਦੇ ਵਿੱਚ ਸਮਾਂ ਨਹੀਂ ਲੰਘਾਉਣਾ। ਤੇ ਮਹਾਰਾਜ ਨੇ ਇਹਦਾ ਮਤਲਬ ਇਹ ਹੁੰਦਾ ਵੀ ਕਈ ਵਾਰ ਐਸਾ ਤਪ ਹੁੰਦਾ ਹੈ, ਤਾਮਸੀ ਤਪ ਉਸ ਨੂੰ ਕਹਿੰਦੇ, ਜਿਹੜਾ ਕਿਸੇ ਨੂੰ ਨਾਸ ਕਰਨ ਵਾਸਤੇ ਕੀਤਾ ਜਾਂਦਾ ਹੈ। ਤੇ ਨਾਸ ਕਰਨ ਵਾਸਤੇ ਕੀਤਾ ਜਾਂਦਾ। ਫਿਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਉਹਨੂੰ ਸਮਝਾਇਆ। ਮਹਾਰਾਜ ਕਹਿੰਦੇ ਵੀ ਇਹ ਤੂੰ ਕੀ ਕਰਨ ਲੱਗਾ? ਜਿਹੜੇ ਪੀਰ ਹੁੰਦੇ ਉਹ ਤਾਂ ਲੋਕਾਈ ਦਾ ਭਲਾ ਕਰਦੇ, ਤੂੰ ਸਾਰੇ ਸ਼ਹਿਰ ਨੂੰ ਨਾਸ ਕਰਨ ਵਾਸਤੇ ਤਪ ਕਰੀ ਜਾ ਰਿਹਾ। ਫਿਰ ਉਸ ਵਕਤ ਇਹ ਕਹਿੰਦਾ ਜੀ ਇਹ ਲੋਕ ਬਹੁਤ ਅਕਿਰਤ ਘਣ ਨੇ, ਮੇਰੇ ਨਾਲ ਇਦਾਂ ਘਟਨਾ ਵਾਪਰੀ ਹੈ। ਤੇ ਉਸ ਵਕਤ ਫਿਰ ਮਹਾਰਾਜ ਨੇ ਇਹਨੂੰ ਸਮਝਾਇਆ ਸੀ। ਤਾਂ ਕਹਿਣ ਦਾ ਮਤਲਬ ਫਿਰ ਦੂਜਾ ਆਉਂਦਾ ਜੀ ਰਾਜਸੀ ਤਪ। ਰਾਜਸੀ ਤਪ ਹੁੰਦਾ ਜਿਹੜਾ ਆਪਣੇ ਮਾਣ ਵਡਿਆਈ ਦੀ ਇੱਛਾ ਰੱਖ ਕੇ ਵੀ ਮੇਰਾ ਲੋਕਾਂ 'ਚ ਜਸ ਹੋਵੇ, ਮੇਰਾ ਨਾਮ ਪ੍ਰਸਿੱਧ ਹੋ ਜਾਵੇ, ਸਾਰੀ ਦੁਨੀਆ ਮੈਨੂੰ ਜਾਣੇ, ਮੇਰੇ ਪੈਰਾਂ 'ਚ ਝੁਕੇ, ਉਹਨੂੰ ਕਹਿੰਦੇ ਨੇ ਰਾਜਸੀ ਤਪ। ਫਿਰ ਸਾਂਤਕੀ ਤਪ ਹੁੰਦਾ ਜਿਹੜਾ ਆਪਣੇ ਮਨ ਦੀਆਂ ਵਾਸ਼ਨਾਵਾਂ ਨੂੰ ਮੇਟਣ ਵਾਸਤੇ, ਪਰਮਾਤਮਾ ਦੀ ਪ੍ਰਾਪਤੀ ਵਾਸਤੇ ਕੀਤਾ ਜਾਂਦਾ, ਉਸ ਨੂੰ ਸਾਂਤਕੀ ਤਪ ਕਹਿ ਦਿੰਦੇ। ਇਸ ਪ੍ਰਕਾਰ ਮਹਾਰਾਜ ਨੇ, ਪਰਮਾਤਮਾ ਨੇ ਕਈ ਕਰੋੜ ਇਹੋ ਜਿਹੇ ਜਿਹੜੇ ਰਾਜਸੀ, ਤਾਮਸੀ ਤੇ ਸਾਂਤਕੀ ਪੈਦਾ ਕਰ ਦਿੱਤੇ ਹੈ। ਕਈ ਕੋਟ ਵੇਦ ਪੁਰਾਨ ਸਿਮਰਤ ਅਰ ਸਾਸਤ। ਕਈ ਕਰੋੜ ਵਾਹਿਗੁਰੂ ਨੇ ਵੇਦ, ਸਿਮਰਤੀਆਂ, ਪੁਰਾਣ ਅਤੇ ਸ਼ਾਸਤਰ ਪੈਦਾ ਕਰ ਦਿੱਤੇ ਹੈ। ਕਈ ਕੋਟ ਕੀਏ ਰਤਨ ਸਮੁੱਦ, ਤੇ ਕਈ ਕਰੋੜ ਐਸੇ ਮਹਾਰਾਜ ਨੇ ਸਮੁੰਦਰ ਪੈਦਾ ਕਰ ਦਿੱਤੇ ਜਿਨ੍ਹਾਂ ਵਿੱਚ ਰਤਨ ਹੀ ਰਤਨ ਭਰੇ ਹੋਏ ਆ। ਜਾਂ ਕੋ ਕਈ ਕਰੋੜ ਰਤਨ ਪੈਦਾ ਕੀਤੇ ਆ ਵਾਹਿਗੁਰੂ ਨੇ, ਕਈ ਕੋਟ ਹੀ ਸਮੁੰਦਰ ਪੈਦਾ ਕੀਤੇ ਆ ਮਹਾਰਾਜ ਨੇ। ਕਈ ਕੋਟ ਨਾਨਾ ਪ੍ਰਕਾਰ ਜੰਤ। ਕਈ ਕਰੋੜ ਐਸੇ ਨੇ ਜਿਹੜੇ ਨਾਨਾ ਪ੍ਰਕਾਰ ਦੇ ਛੋਟੇ ਛੋਟੇ ਸੂਖਮ ਤੋਂ ਸੂਖਮ ਜਿਹੜੇ ਜੀਵ ਹੈ ਵਾਹਿਗੁਰੂ ਨੇ ਪੈਦਾ ਕਰ ਦਿੱਤੇ, ਜਿਹੜੀਆਂ ਨੰਗੀਆਂ ਅੱਖਾਂ ਦੇ ਨਾਲ ਨਹੀਂ ਸਾਨੂੰ ਦਿਸ ਸਕਦੇ। ਉਹ ਵੀ ਕਈ ਕਰੋੜ ਹੀ ਨੇ, ਉਹਨਾਂ ਦੀ ਵੀ ਕੋਈ ਗਿਣਤੀ ਨਹੀਂ ਹੈਗੀ। ਨਾਨਾ ਦਾ ਮਤਲਬ ਹੁੰਦਾ ਅਨੇਕਾਂ ਪ੍ਰਕਾਰ ਦੇ, ਵੱਖਰੀ ਵੱਖਰੀ ਤਰ੍ਹਾਂ ਦੇ ਜੀਵ ਪੈਦਾ ਕਰ ਦਿੱਤੇ ਮਹਾਰਾਜ ਨੇ। ਕਈ ਕੋਟ ਕੀਏ ਚਿਰਜੀਵੇ। ਹੁਣ ਕਈ ਕਰੋੜ ਐਸੇ ਨੇ ਜਿਹੜੇ ਵਾਹਿਗੁਰੂ ਨੇ ਚਿਰੰਜੀਵੀ ਪੈਦਾ ਕਰ ਦਿੱਤੇ, ਵੀ ਮਤਲਬ ਜਿਨ੍ਹਾਂ ਦੀਆਂ ਬਹੁਤ ਲੰਬੀਆਂ ਉਮਰਾਂ ਨੇ, ਕਈ ਯੁੱਗਾਂ ਦੀਆਂ ਲੰਬੀਆਂ ਉਮਰਾਂ ਨੇ। ਜਿਵੇਂ ਕਾਕ ਪਸੁੰਡ ਹੋ ਗਿਆ, ਇਹਦੀ ਕਈ ਯੁੱਗ ਲੰਬੀ ਉਮਰ ਹੈ। ਤੇ ਲੋਮਸ ਰਿਖੀ ਹੈ, ਜਿਸ ਲੋਮਸ ਰਿਖੀ ਦੇ ਇੱਕ ਦਿਨ ਦੇ ਵਿੱਚ ਕਈ ਬ੍ਰਹਮਾ, ਵਿਸ਼ਨੂੰ, ਇੰਦਰ ਆਦਿਕ ਨੇ ਜਿਹੜੇ ਰਾਜ ਕਰ ਜਾਂਦੇ, ਐਡੀ ਉਹਦੀ ਲੰਬੀ ਉਮਰ ਆ। ਉਹ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਹੋਇਆ। ਕਹਿਣ ਲੱਗੇ ਇਸ ਪ੍ਰਕਾਰ ਕਈ ਕਰੋੜ ਤਾਂ ਵਾਹਿਗੁਰੂ ਨੇ ਐਡੇ ਐਡੇ ਚਿਰੰਜੀਵ ਪੈਦਾ ਕਰ ਦਿੱਤੇ, ਜਿਨ੍ਹਾਂ ਦੀ ਉਮਰ ਦਾ ਅੰਤ ਹੀ ਨਹੀਂ ਆਉਂਦਾ ਹੈਗਾ, ਐਡੀ ਲੰਬੀ ਉਮਰ ਹੈ ਜਿਨ੍ਹਾਂ ਦੀ। ਕਈ ਕੋਟ ਗਿਰੀ ਮੇਰ ਸਵਰਨ ਥੀਵੇ। ਕਈ ਕਰੋੜ ਵਾਹਿਗੁਰੂ ਨੇ ਸੁਮੇਰ ਪਰਬਤ, ਸੋਨੇ ਆਦਿਕ ਦੇ ਸੁਮੇਰ ਪਰਬਤ ਪੈਦਾ ਕਰ ਦਿੱਤੇ, ਗਿਰੀ ਪਰਬਤ, ਪਹਾੜ ਆਦਿਕ ਪੈਦਾ ਕਰ ਦਿੱਤੇ ਵਾਹਿਗੁਰੂ ਨੇ, ਉਹਦੀ ਕਿਰਪਾ ਨਾਲ ਪੈਦਾ ਹੋਏ ਹੈ। ਕਈ ਕੋਟ ਗਿਰੀ ਮੇਰ ਸਵਰਨ ਥੀਵੇ। ਮੇਰ ਦਾ ਮਤਲਬ ਸੁਮੇਰ ਪਰਬਤ, ਸੋਨੇ ਆਦਿਕ ਦੇ ਸੁਮੇਰ ਪਰਬਤ ਆਦਿਕ ਵਾਹਿਗੁਰੂ ਨੇ ਪੈਦਾ ਕਰ ਦਿੱਤੇ, ਉਹਦੀ ਕਿਰਪਾ ਦੇ ਨਾਲ ਪੈਦਾ ਹੋਏ। ਕਈ ਕੋਟ ਜਖ ਕਿੰਨਰ ਪਿਸਾਚ। ਕਈ ਕਰੋੜ ਜਖ, ਕਿੰਨਰ, ਪਿਸਾਚ ਆਦਿਕ ਵਾਹਿਗੁਰੂ ਨੇ ਪੈਦਾ ਕਰ ਦਿੱਤੇ। ਜਖ ਉਹ ਜਿਹੜੇ ਦੇਵਤਿਆਂ ਦੇ ਵਿੱਚ ਹੁੰਦੇ ਆ ਜੀ, ਜਿਨ੍ਹਾਂ ਦੀ ਜੱਤ ਜੀ ਹੁੰਦੀ ਹੈ, ਰਿੱਛਾਂ ਵਰਗੇ ਜਿਨ੍ਹਾਂ ਦੇ ਸਰੀਰ ਹੁੰਦੇ। ਕਿੰਨਰ ਉਹਨਾਂ ਨੂੰ ਕਹਿੰਦੇ ਆ। ਕਿੰਨਰ ਦੋ ਤਰ੍ਹਾਂ ਦੇ ਦੱਸੇ ਗਏ ਆ, ਵੀ ਇੱਕ ਤਾਂ ਉਹ ਦੱਸੇ ਆ ਵੀ ਜਿਨ੍ਹਾਂ ਦਾ ਮੂੰਹ ਹੈ ਜਿਹੜਾ ਘੋੜੇ ਵਾਲਾ ਹੁੰਦਾ ਤੇ ਧੜ ਬੰਦੇ ਦੀ ਹੁੰਦੀ ਹੈ, ਤੇ ਜਾਂ ਫਿਰ ਧੜ ਹੈ ਘੋੜੇ ਦਾ ਹੁੰਦਾ, ਮੂੰਹ ਬੰਦੇ ਦਾ ਹੁੰਦਾ, ਉਹਨਾਂ ਨੂੰ ਕਿੰਨਰ ਕਹਿ ਦਿੰਦੇ ਆ। ਦੇਵਤਿਆਂ ਦੇ ਵਿੱਚ ਨਿਰਤਕਾਰੀਆਂ ਕਰਦੇ ਆ, ਡਾਂਸ ਕਰਦੇ, ਨਿਰਤ ਕਰਦੇ। ਪਿਸਾਚ ਇਹ ਵੀ ਇੱਕ ਪ੍ਰੇਤਾਂ ਦੀ ਕਿਸਮ ਹੀ ਹੈ। ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ। ਕਈ ਕਰੋੜ ਵਾਹਿਗੁਰੂ ਜੀ ਨੇ ਭੂਤ, ਪ੍ਰੇਤ ਆਦਿਕ, ਸੂਕਰ, ਸੂਰ, ਮਿਰਗ ਆਦਿਕ, ਹਿਰਨ ਆਦਿਕ, ਮਿਰਗਾਚ ਉਹਨਾਂ ਨੂੰ ਖਾਣ ਵਾਲੀ ਸ਼ੇਰ ਆਦਿਕ ਪੈਦਾ ਕਰ ਦਿੱਤੇ ਵਾਹਿਗੁਰੂ ਨੇ। ਇਹ ਵੀ ਕਈ ਕਰੋੜ ਹੀ ਹੈ, ਇਹਨਾਂ ਦਾ ਵੀ ਕੋਈ ਅੰਤ ਨਹੀਂ। ਸਭ ਤੇ ਨੇਰੈ ਸਭ ਹੂ ਤੇ ਦੂਰ। ਫਿਰ ਉਹ ਵਾਹਿਗੁਰੂ ਐਸਾ ਹੈ, ਸਭ ਤੋਂ ਨੇੜੇ ਜੇ ਤੁਹਾਡੇ ਕੋਈ ਹੈਗਾ ਨਾ, ਵਾਹਿਗੁਰੂ ਹੀ ਹੈ। ਉਹ ਇੱਕ ਰਵਿਦਾਸ ਜੀ ਦਾ ਬਚਨ ਹੈ, ਕਹੋ ਰਵਿਦਾਸ ਹਾਥ ਪੈ ਨੇਰੈ।
ਬੰਦੇ ਦਾ ਸਭ ਤੋਂ ਨੇੜੇ ਕੀ ਹੁੰਦਾ ਜੀ? ਹੱਥ। ਜੇ ਸਾਡੇ ਕੋਈ ਚੀਜ਼ ਮਾਰਨ ਲੱਗੇ ਆਪਾਂ ਨੂੰ ਹੋਰ ਕੁਝ ਨਹੀਂ ਲੱਭਦਾ, ਆਪਾਂ ਹੱਥ ਅੱਗੇ ਕਰ ਦਿੰਦੇ ਹਾਂ, ਮਤਲਬ ਸਾਨੂੰ ਹੱਥ ਸਭ ਤੋਂ ਨੇੜੇ ਲੱਗਦਾ ਸਾਡੇ, ਵੀ ਹੱਥ ਸਭ ਤੋਂ ਨੇੜੇ। ਪਰ ਉਹ ਵਾਹਿਗੁਰੂ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ, ਉਹ ਨੇੜੇ ਹੈ। ਮਹਾਰਾਜ ਕਹਿੰਦੇ ਸਭ ਤੇ ਨੇੜਾ, ਸਭ ਹੂ ਤੇ ਦੂਰ, ਪਰ ਮਨਮੁਖਾਂ ਦੇ ਲਈ ਸਭ ਤੋਂ ਦੂਰ ਵੀ ਵਾਹਿਗੁਰੂ ਹੈ। ਉਹਨੂੰ ਉਹ ਸਮਝਦੇ ਹੀ ਕੱਖ ਨਹੀਂ, ਉਹ ਦੂਰ ਹੀ ਸਮਝਦੇ ਪਰਮਾਤਮਾ। ਤੇ ਸਭ ਤੋਂ ਨੇੜੇ ਗੁਰਮੁਖਾਂ ਦੇ ਸਭ ਤੋਂ ਨੇੜੇ ਵਾਹਿਗੁਰੂ ਹੈ, ਤੇ ਮਨਮੁਖਾਂ ਦੇ ਸਭ ਤੋਂ ਦੂਰ ਹੈ ਉਹ ਵਾਹਿਗੁਰੂ। ਸਭ ਤੇ ਨੇੜੇ ਆਪਣਾ ਆਪ ਰੂਪ ਹੋਣੇ ਕਰਕੇ ਸਭ ਤੋਂ ਨੇੜੇ ਹੈ ਵਾਹਿਗੁਰੂ, ਸਰਗੁਣ ਹੋਣੇ ਕਰਕੇ ਦੂਰ ਹੈ। ਅੱਗੇ ਵਚਨ ਕਰਦੇ ਨਾਨਕ ਆਪ ਅਲਿਪਤ ਰਹਿਆ ਭਰਪੂਰ। ਉਹ ਵਾਹਿਗੁਰੂ ਆਪ ਹੀ ਹੈ, ਸਾਰੇ ਪਾਸੇ ਭਰਪੂਰ ਹੋ ਰਿਹਾ ਹੈ, ਸਾਰੇ ਪਾਸੇ ਉਸ ਦੀ ਜੋਤ ਹੈ, ਪਰ ਸਾਰਿਆਂ ਵਿੱਚ ਜੋਤ ਹੋਣ ਦੇ ਬਾਵਜੂਦ ਉਹ ਨਿਰਲੇਪ ਹੈ, ਅਲੇਪ ਹੈ ਸਾਰਿਆਂ ਦੇ ਵਿੱਚ। ਅੱਗੇ ਮਹਾਰਾਜ ਕਹਿੰਦੇ ਕਈ ਕੋਟ ਪਾਤਾਲ ਕੇ ਵਾਸੀ, ਕਈ ਕਰੋੜ ਜੀਵ ਉਸਨੇ ਪੈਦਾ ਕਰ ਦਿੱਤੇ ਜਿਹੜੇ ਪਤਾਲ ਦੇ ਵਿੱਚ ਰਹਿਣ ਵਾਲੇ, ਪਤਾਲ ਵਿੱਚ ਵਸਣ ਵਾਲੇ, ਸੱਪ ਆਦਿਕ ਨਾਗ ਆਦਿਕ ਨੇ ਜਿਹੜੇ। ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕਰੋੜ ਇਹੋ ਜਿਹੇ ਨੇ ਜਿਹੜੇ ਨਰਕਾਂ ਦੇ ਵਾਸੀ ਹੈ, ਨਰਕਾਂ ਦੇ ਦੁੱਖਾਂ ਨੂੰ ਭੋਗ ਰਹੇ ਹੈ। ਸਵਰਗ ਦੇ ਕਈ ਉਹ ਨੇ ਜਿਹੜੇ ਪੁੰਨ ਕਰਕੇ ਸਵਰਗਾਂ ਦੇ ਸੁੱਖ ਨੂੰ ਭੋਗ ਰਹੇ, ਉਹ ਸਵਰਗਾਂ ਦੇ ਨਿਵਾਸੀ। ਕਈ ਉਹ ਨੇ ਜਿਹੜੇ ਪਾਪ ਕਰਨ ਕਰਕੇ ਨਰਕਾਂ ਦੇ ਵਾਸੀ ਹੋਏ ਫਿਰਦੇ, ਉਹ ਨਰਕਾਂ ਨੂੰ ਭੋਗ ਰਹੇ। ਕਈ ਕੋਟ ਜਨਮ ਹੈ ਜੀਵ ਹੈ ਮਰ ਹੈ। ਮਹਾਰਾਜ ਕਹਿੰਦੇ ਕਈ ਕਰੋੜ ਇਹੋ ਜਿਹੇ ਹੈ ਜਿਹੜੇ ਜੰਮਦੇ ਨੇ, ਫਿਰ ਜਿਉਂਦੇ ਨੇ ਆਪਣੇ ਜੀਵਨ ਨੂੰ, ਫਿਰ ਜੀਵਨ ਨੂੰ ਜਿਉਣ ਤੋਂ ਬਾਅਦ ਫਿਰ ਮਰ ਜਾਂਦੇ, ਨਾਸ ਹੋ ਜਾਂਦੇ। ਕਈ ਕੋਟ ਬਹੁ ਜੋਨੀ ਫਿਰ ਹੈ। ਕਈ ਕਰੋੜ ਇਹੋ ਜਿਹੇ ਨੇ ਜਿਹੜੇ ਬਹੁਤੇ ਜੂਨਾਂ ਦੇ ਵਿੱਚ ਆਪਣੇ ਮੰਦ ਕਰਮਾਂ ਨੂੰ ਕਰਨੇ ਕਰਕੇ ਬਹੁਤੀਆਂ ਜੂਨਾਂ ਦੇ ਵਿੱਚ ਭਰਮਦੇ ਫਿਰਦੇ, ਬਹੁਤ ਸਾਰੀਆਂ ਜੂਨਾਂ ਨੇ। ਮਨਮੁਖਾਂ ਦਾ ਹਾਲ ਇਹੀ ਹੁੰਦਾ ਨਾ ਜਿਹੜੇ ਰੱਬ ਦਾ ਨਾਮ ਨਹੀਂ ਜਪਦੇ, ਉਹ ਆਪਣੇ ਮਨੁੱਖਾ ਜਨਮ ਨੂੰ, ਰਤਨਾ ਵਰਗੇ ਹੀਰੇ ਵਰਗੇ ਮਨੁੱਖਾ ਜਨਮ ਨੂੰ ਉਹ ਖਤਮ ਕਰਕੇ ਨਾਸ ਕਰਕੇ ਚਲੇ ਜਾਂਦੇ ਇਸ ਦੁਨੀਆ ਤੋਂ, ਫਿਰ 84 ਭੋਗਦੇ ਰਹਿੰਦੇ। ਮਹਾਰਾਜ ਕਹਿੰਦੇ ਕਈ ਕੋਟ ਬੈਠਤ ਹੀ ਖਾਹੇ। ਹੁਣ ਕਈ ਕਰੋੜ ਇਹੋ ਜਿਹੇ ਆ ਜਿਨ੍ਹਾਂ ਨੂੰ ਹੱਥ ਹਿਲਾਉਣ ਦੀ ਲੋੜ ਨਹੀਂ, ਉਹਨਾਂ ਦੇ ਕੋਈ ਪਿਛਲੀ ਕਮਾਈ ਹੋ ਇੰਨੀ ਹੈ ਜਿਹੜੇ ਹੁਣ ਬੈਠੇ ਹੀ ਖਾ ਰਹੇ ਆ, ਉਹਨਾਂ ਨੂੰ ਹੱਥ ਹਿਲਾਉਣ ਦੀ ਲੋੜ ਹੀ ਨਹੀਂ, ਉਹ ਕੁਝ ਕਰਦੇ ਵੀ ਨਹੀਂ ਹੈਗੇ, ਬੈਠਿਆਂ ਨੂੰ ਸਭ ਕੁਝ ਮਿਲ ਰਿਹਾ, ਬੈਠੇ ਹੀ ਸਭ ਕੁਝ ਛਕ ਰਹੇ। ਕਈ ਕੋਟ ਘੱਲ ਹੈ ਥੱਕ ਪਾਹੇ। ਕਈ ਕਰੋੜ ਇਹੋ ਜਿਹੇ ਨੇ ਜਿਹੜੇ ਘਾਲਣਾ ਘਾਲ ਕੇ ਥੱਕ ਜਾਂਦੇ ਆ ਵਿਚਾਰੇ, ਰੋਟੀ ਵਾਸਤੇ ਨਾਲ ਸਾਰੀ ਦਿਹਾੜੀ ਮਿਹਨਤ ਕਰਦੇ, ਹੱਡ ਭੰਨਦੇ ਆਪਣੇ, ਫਿਰ ਵੀ ਉਹਨਾਂ ਨੂੰ ਜਿੰਨੀ ਉਹਨਾਂ ਨੂੰ ਇੱਛਾ ਹੁੰਦੀ ਹੈ ਉਹਨਾਂ ਪ੍ਰਾਪਤ ਨਹੀਂ ਹੁੰਦਾ। ਕਈ ਵਿਚਾਰੇ ਘਾਲਣਾ ਘਾਲ ਕੇ ਮਿਹਨਤ ਕਰਕੇ ਥੱਕ ਜਾਂਦੇ, ਹੰਭ ਜਾਂਦੇ, ਤਾਂ ਵੀ ਪੂਰੀ ਨਹੀਂ ਪੈਂਦੀ। ਕਈ ਇਹੋ ਜਿਹੇ ਨੇ ਜਿਨ੍ਹਾਂ ਦੇ ਕੋਲ ਨੌਕਰ ਚਾਕਰ ਇੰਨੇ ਆ, ਇੰਨੇ ਪਦਾਰਥ ਨੇ, ਬੈਠੇ ਹੀ ਖਾਂਦੇ, ਆਨੰਦ ਲੈਂਦੇ ਆ ਜਿਹੜੇ। ਕਈ ਕੋਟ ਕੀਏ ਧਨਵੰਤ। ਕਈ ਕਰੋੜ ਇਹੋ ਜਿਹੇ ਨੇ ਜਿਹੜੇ ਵਾਹਿਗੁਰੂ ਨੇ ਬਹੁਤੇ ਧਨਵਾਨ ਬਣਾਤੇ, ਬੜੇ ਪੈਸੇ ਵਾਲੇ ਬਣਾਤੇ, ਜਿਨ੍ਹਾਂ ਕੋਲ ਬੇਅੰਤ ਪੈਸਾ ਹੈ, ਧਨ ਹੈ, ਮੁੱਕਦਾ ਹੀ ਨਹੀਂ ਹੈਗਾ। ਕਈ ਕੋਟ ਮਾਇਆ ਮਹਿ ਚਿੰਤ। ਕਈ ਕਰੋੜ ਇਹੋ ਜਿਹੇ ਹੈ ਜਿਹੜੇ ਮਾਇਆ ਦੇ ਵਿੱਚ ਰਹਿੰਦੇ ਹੋਏ ਬਹੁਤੇ ਵਿਚਾਰੇ ਚਿੰਤਾਤੁਰ ਰਹਿੰਦੇ, ਉਹਨਾਂ ਨੂੰ ਚਿੰਤਾ ਹੀ ਪਈ ਰਹਿੰਦੀ ਹਰ ਵਕਤ, ਕਦੇ ਕਿਸੇ ਚੀਜ਼ ਦੀ ਚਿੰਤਾ ਪੈ ਗਈ, ਕਦੇ ਕਿਸੇ ਦੀ ਚਿੰਤਾ। ਮਾਇਆ ਦੇ ਇਕੱਠੇ ਕਰਨ ਦੇ ਵਿੱਚ ਹੀ ਚਿੰਤਾਤੁਰ ਰਹਿੰਦੇ, ਮਾਇਆ ਕਰਕੇ ਉਹਨਾਂ ਨੂੰ ਚਿੰਤਾ ਪਈ ਰਹਿੰਦੀ ਹੈ ਹਰ ਵਕਤ। ਅੱਗੇ ਮਹਾਰਾਜ ਕਹਿੰਦੇ ਜਹ ਜਹ ਭਾਣਾ ਤਹ ਤਹ ਰਾਖੇ। ਜਿੱਥੇ ਜਿੱਥੇ ਵਾਹਿਗੁਰੂ ਦਾ ਭਾਣਾ ਨਾ, ਉੱਥੇ ਉੱਥੇ ਜੀਵਾਂ ਨੂੰ ਰੱਖਿਆ ਹੋਇਆ ਉਸਨੇ, ਉੱਥੇ ਉੱਥੇ ਰੱਖ ਰਿਹਾ ਹੈ, ਜਿੱਥੇ ਜਿੱਥੇ ਉਹਨੂੰ ਚੰਗਾ ਲੱਗਦਾ। ਨਾਨਕ ਸਭ ਕੁਛ ਪ੍ਰਭ ਕੈ ਹੱਥ ਹੈ। ਮਹਾਰਾਜ ਕਹਿੰਦੇ ਸਭ ਕੁਛ ਪਰਮਾਤਮਾ ਦੇ ਹੱਥ 'ਚ ਹੈ, ਵਾਹਿਗੁਰੂ ਦੇ ਹੱਥ 'ਚ ਹੈ, ਉਹ ਤੋਂ ਬਿਨਾਂ ਹੋਰ ਕਿਸੇ ਦੇ ਕੁਝ ਹੱਥ 'ਚ ਨਹੀਂ ਹੈ, ਰੱਬ ਦੇ ਹੱਥ 'ਚ ਹੈ, ਜਿੱਥੇ ਜਿਹਨੂੰ ਰੱਖਣਾ ਰੱਖੀ ਆ ਰਿਹਾ। ਇਸ ਤਰ੍ਹਾਂ ਆਪ ਜੀ ਨੇ 2 ਪੌੜੀਆਂ ਸਰਵਣ ਕੀਤੀਆਂ ਨੇ, ਹੋਈਆਂ ਗਲਤੀਆਂ ਦੀ ਮਾਫੀ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।